ਬਿਜਲੀ ਯੂਨੀਅਨ ਦੇ ਲੀਡਰ ਜੁੜੇ ਹੋਏ ਨੇ। ਗੁਰਸੇਵਕ ਜੀ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਕਿਉਂਕਿ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਬਿਜਲੀ ਬੋਰਡ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀਆਂ ਵਿਰੋਧ ਕਰ ਰਹੀਆਂ ਨੇ। ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਜੇਕਰ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਕਿਉਂ? ਕਿਉਂਕਿ ਆਲਰੇਡੀ ਬਹੁਤ ਸਾਰੀਆਂ ਸਟੇਟਸ ਹਨ ਜਿੱਥੇ ਜਿਹੜੇ ਪ੍ਰਾਈਵੇਟ ਪਲੇਅਰਸ ਆਲਰੇਡੀ ਐਂਟਰ ਕਰ ਚੁੱਕੇ ਨੇ। ਤੁਸੀਂ ਵਿਰੋਧ ਇਸ ਦਾ ਕਿਉਂ ਕਰ ਰਹੇ ਹੋ ਜੇ ਕਰ ਰਹੇ ਹੋ? ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਦੇਖੋ, ਬਿਜਲੀ ਬਿੱਲ ਅਮੈਂਡਮੈਂਟ ਬਿੱਲ ਜਿਹੜਾ ਇਹ ਲਿਆ ਰਹੇ ਨੇ ਭਾਜਪਾ ਵਾਲੇ ਸਾਥੀ ਜੀ, ਮੈਂ ਉਹਦੇ ਤੇ ਆਪਣਾ ਵਿਚਾਰ ਦੇਣ ਤੋਂ ਪਹਿਲਾਂ ਸਾਡੇ ਭਾਜਪਾ ਦੇ ਨੇਤਾ ਜੋ ਸਾਡੇ ਨਾਲ ਡਿਬੇਟ ਤੇ ਬੈਠੇ ਨੇ ਇਹਨਾਂ ਦਾ ਭੁਲੇਖਾ ਦੂਰ ਕਰ ਦੇਵਾਂ ਕਿ ਇਹਨਾਂ ਨੇ ਸਪੈਸ਼ਲ ਨਾਮ ਲਿਆ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦਾ ਕਿੰਨਾ ਮਾੜਾ ਹਾਲ ਹੈ। ਮੈਨੂੰ ਇਹ ਨਹੀਂ ਪਤਾ ਵੀ ਸਾਥੀ ਇਹ ਪੰਜਾਬ 'ਚ ਰਹਿੰਦੇ ਆ ਕਿ ਜਾਂ ਬਾਹਰ ਰਹਿੰਦੇ ਆ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਵਾਰ ਕਿਸੇ ਵੀ ਕਿਸਾਨ ਜਥੇਬੰਦੀ ਨੇ ਔਰ ਕਿਸੇ ਵੀ ਇੰਡਸਟਰੀਅਲਿਸਟ ਨੇ ਕਦੇ ਵੀ ਮਤਲਬ ਬਿਜਲੀ ਨੂੰ ਲੈ ਕੇ ਕੋਈ ਮੁਜ਼ਾਹਰਾ ਨਹੀਂ ਕੀਤਾ ਕਿਤੇ ਵੀ ਪੰਜਾਬ ਦੇ ਵਿੱਚ, ਕਿਤੇ ਵੀ ਮੁਜ਼ਾਹਰਾ ਨਹੀਂ ਹੋਇਆ। ਔਰ ਕਿੱਥੇ ਹਾਹਾਕਾਰ ਹੋਈ ਹੈ ਤੁਹਾਨੂੰ ਸੁਣਦੇ ਨਹੀਂ, ਸਾਨੂੰ ਤਾਂ ਨਹੀਂ ਪੂਰੀ ਹਾਹਾਕਾਰ ਤੁਹਾਡੇ ਕੰਨਾਂ 'ਚ ਪਾਈ ਲੋਕਾਂ ਦੇ। ਦੇਖੋ ਹਾਲ ਕੀ ਸੀ, ਤੁਸੀਂ ਕਹਿੰਦੇ ਬਿਜਲੀ ਦੀ ਸਪਲਾਈ ਠੀਕ ਹੋਈ ਹੈ, ਜਿਹੜਾ ਪੰਜਾਬ ਦੇ ਲੋਕਾਂ ਨੂੰ ਬਾਹਰ ਨਿਕਲ ਕੇ ਪੁੱਛੋ ਨਾ ਚੌਂਕ 'ਚ 12 ਘੰਟੇ 18 ਘੰਟੇ ਬਿਜਲੀ ਨਹੀਂ ਆਈ। ਇੰਡਸਟਰੀ ਦਾ ਲੋਡ ਸ਼ੋਡ ਹੈ, ਇੰਡਸਟਰੀਅਲ ਐਸੋਸੀਏਸ਼ਨ ਜਾ ਕੇ ਪੁੱਛੋ। ਪਹਿਲਾਂ ਬੋਲਣ ਦਾ ਮਤਲਬ ਰੱਖੋ। ਤੁਸੀਂ ਸਪੈਸ਼ਲ ਪੰਜਾਬ ਦਾ ਨਾਮ ਲਿਆ ਇਸ ਕਰਕੇ ਤੁਸੀਂ ਕਹਿੰਦੇ ਬਹੁਤ ਵਧੀਆ ਚੱਲਦਾ, ਜਿਹੜਾ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਬਾਹਰ ਤੁਸੀਂ ਦੱਸੋ ਕਿੱਥੇ ਮੁਜ਼ਾਹਰਾ ਹੋਇਆ, ਕਿੱਥੇ ਕਿਸਾਨਾਂ ਦਾ ਮੁਜ਼ਾਹਰਾ? ਲਾਈਨ ਲੱਗੀ ਨਹੀਂ ਮੁਜ਼ਾਹਰੇ ਦੀ, ਲਾਈਨ ਇਸੇ ਚੈਨਲ ਤੇ ਕੱਢ ਕੇ ਦੇਖ ਲਓ ਬਿਜਲੀ ਦੀ ਹਾਹਾਕਾਰ ਤੇ ਕਿੰਨੇ ਪ੍ਰੋਗਰਾਮ ਹੋਏ ਆ ਜੂਨ ਜੁਲਾਈ ਮਈ ਚ। ਚਲੋ ਮੈਂ ਉਸ ਦੇ ਉੱਪਰ ਨਾ ਜਾਵਾਂ, ਦੇ ਉੱਤੇ ਰਹੀਏ, ਉਹ ਲੰਘ ਗਿਆ ਸਰ ਸਮਾਂ ਨਾ। ਨਹੀਂ ਗੁਰਸੇਵਕ ਜੀ, ਪੁਆਇੰਟ ਦੇ ਉੱਤੇ ਆਈਏ, ਪੁਆਇੰਟ ਦੇ ਉੱਤੇ ਆਈਏ ਪਲੀਜ਼। ਮੈਂ ਪੁਆਇੰਟ ਤੇ ਗੱਲ ਕਰ ਰਿਹਾ, ਜੀ। ਸੋ ਜਿਹੜਾ ਇਹ ਬਿਜਲੀ ਅਮੈਂਡਮੈਂਟ ਬਿੱਲ ਲਿਆ ਰਹੇ ਹੈਗੇ ਆ, ਇਹ ਟੋਟਲੀ ਮਾੜਾ ਇਸ ਕਰਕੇ ਹੈ, ਇੱਕ ਤਾਂ ਇਹ ਪ੍ਰਾਈਵੇਟੇਸ਼ਨ ਨੂੰ ਬੜਾਵਾ ਦਿੰਦਾ ਜੀ। ਔਰ ਜਿਹੜੀਆਂ ਵੀ ਪ੍ਰਾਈਵੇਟ ਕੰਪਨੀਆਂ ਜਦੋਂ ਇਸ ਖੇਤਰ ਦੇ ਵਿੱਚ ਆਉਣਗੀਆਂ ਡਿਸਟ੍ਰੀਬਿਊਸ਼ਨ ਦੇ ਵਿੱਚ, ਤਾਂ ਉਹਨਾਂ ਨੇ ਮੋਟਾ ਮੁਨਾਫਾ ਕਮਾਉਣ ਵਾਸਤੇ ਇਸ ਖੇਤਰ ਦੇ ਵਿੱਚ ਆ ਰਹੀਆਂ। ਇਹ ਕੋਈ ਮੱਤ ਭੁੱਲੇ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਤੇ ਉਹ ਲੋਕ ਹਿੱਤਾਂ ਦੇ ਵਾਸਤੇ ਕੰਮ ਕਰਨਗੀਆਂ। ਜਿਹੜਾ ਸਾਡਾ ਬਿਜਲੀ ਐਕਟ 1948 ਸੀਗਾ, ਉਹਦੇ ਮੁਤਾਬਕ ਜਿਹੜੀਆਂ ਸਾਡੀ ਬਿਜਲੀ ਬੋਰਡ ਸੀ, ਹੁਣ ਪਾਵਰਕਾਮ ਬਣ ਗਿਆ, ਅਸੀਂ 3% ਮੁਨਾਫਾ ਕਮਾ ਕੇ ਤੇ ਲੋਕਾਂ ਨੂੰ ਜਿਹੜੀ ਹੈ ਸਸਤੀ ਤੇ ਟਿਕਾਊ ਬਿਜਲੀ ਜਿਹੜੀ ਹੈ ਉਹ ਦੇਣ ਦਾ ਸਾਡਾ ਤਹਈਆ ਸੀਗਾ। ਤੁਸੀਂ ਇਹ ਵੇਖੋ ਕਿ ਜਦੋਂ ਦਾ ਬਿਜਲੀ ਐਕਟ 2003 ਆਇਆ, ਆਮ ਲੋਕਾਂ ਨੂੰ ਉਹਦਾ ਕਿੰਨਾ ਕੁ ਫਾਇਦਾ ਹੋਇਆ। ਦੂਸਰਾ ਗੁਰਸੇਵਕ ਜੀ, ਮੈਂ ਮੌਜੂਦਾ ਸੋਧ ਬਿੱਲ ਦੇ ਉੱਤੇ ਪੁਆਇੰਟ ਕਰਾਂ। ਸੋਧ ਬਿੱਲ ਦੇ ਉੱਤੇ ਪੁਆਇੰਟ ਹੈ, ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਨੁਕਸਾਨ ਹੋਏਗਾ? ਆਮ ਲੋਕਾਂ ਦਾ ਕੀ ਨੁਕਸਾਨ ਹੋਏਗਾ? ਬਿਜਲੀ ਮੁਲਾਜ਼ਮਾਂ ਦਾ ਕੀ ਨੁਕਸਾਨ ਹੋਏਗਾ? ਬਿਲਕੁਲ ਇਹਦਾ ਜਿਹੜਾ ਨੁਕਸਾਨ ਹੋਊਗਾ, ਜਿਹੜਾ ਬਿਜਲੀ ਮੁਲਾਜ਼ਮਾਂ ਨੂੰ ਨੁਕਸਾਨ ਹੋਊਗਾ ਉਹਦਾ ਇੱਕ ਵੱਖਰਾ, ਇਹਦਾ ਆਮ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਵੀ ਨੁਕਸਾਨ ਹੋਊਗਾ ਔਰ ਇਹਦਾ ਸਟੇਟ ਨੂੰ ਨੁਕਸਾਨ ਹੋਊਗਾ। ਕਿਉਂਕਿ ਜਿਹੜੀਆਂ ਇਹ ਪ੍ਰਾਈਵੇਟ ਬਿਜਲੀ ਕੰਪਨੀਆਂ ਹੈਗੀਆਂ, ਜਦੋਂ ਇਹ ਵੰਡ ਖੇਤਰ ਦੇ ਵਿੱਚ ਉਤਰਨਗੀਆਂ ਤਾਂ ਇਹ ਮੁਨਾਫੇ ਵਾਲੇ ਖੇਤਰ ਦੇ ਉੱਤੇ ਕਾਬਜ਼ ਹੋਣਗੀਆਂ। ਜਿੱਥੋਂ ਇਹਨਾਂ ਨੂੰ ਇਹ ਲੱਗੂਗਾ ਕਿ ਇੱਥੇ ਰੈਵਨਿਊ ਘੱਟ ਆਊਗਾ, ਉੱਥੇ ਬਿਲਕੁਲ ਉਧਰਲੇ ਪਾਸੇ ਨੇ ਰੁੱਖ ਨਹੀਂ ਕਰਨਗੀਆਂ। ਉਹ ਜਿਹੜਾ ਸਰਕਾਰ ਦੇ ਗਾਲੇ ਘਾਟੇ ਵਾਲਾ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ। ਸੁਭਾਸ਼ ਜੀ, ਦੇਖੋ ਲੋਕਾਂ ਦਾ ਵੀ ਇੱਕ ਸਵਾਲ ਹੋਏਗਾ ਕਿ ਹਰ ਸਮੱਸਿਆ ਦਾ ਇੱਕੋ ਹੱਲ ਹੈ ਕਿ ਪ੍ਰਾਈਵੇਟਾਈਜੇਸ਼ਨ ਕਰ ਦੋ, ਨਿੱਜੀਕਰਨ ਕਰ ਦੋ, ਅਸੀਂ ਤਾਂ ਹੀ ਸੰਭਾਲ ਸਕਦੇ ਹਾਂ ਕਿ ਉੱਥੇ 2 4 5 10 ਪਲੇਅਰ ਆ ਜਾਣ ਤਾਂ ਹੀ ਬਚ ਸਕਦਾ ਪੂਰਾ ਸਿਸਟਮ। ਮੈਂ ਤਾਂ ਜਵਾਬ ਦਿੰਦਾ। ਪਹਿਲਾਂ ਰਜਿੰਦਰ ਜੀ ਦੀ ਗੱਲ ਦਾ ਮੈਂ ਜਵਾਬ ਦੇ ਦਿਆਂ। ਮੈਂ ਪਹਿਲਾਂ ਵੀ ਕਿਹਾ ਸੀ, ਇਹ ਕਹਿੰਦੇ ਬਿੱਲ ਹੈ, ਇਹ 2001 ਦਾ ਬਿੱਲ ਹੈ, 2001 ਦਾ ਬਿੱਲ ਹੈ। ਕਨਕਰੈਂਟ ਲਿਸਟ ਬਿੱਲ ਬਣਾਉਣ ਦਾ ਅਧਿਕਾਰ ਹੈ, ਇਸ ਕਰਕੇ ਬਿੱਲ ਆਇਆ। ਕੋਈ ਫੈਡਰਲ ਸਟਰਕਚਰ ਤੇ ਹਮਲਾ ਨਹੀਂ। ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ ਨਾ ਪ੍ਰਾਈਵੇਟਾਈਜੇਸ਼ਨ ਦੀ, ਇਸ ਬਿੱਲ 'ਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਪ੍ਰਾਈਵੇਟਾਈਜ਼ ਹੀ ਕਰਨਾ ਹੈ ਡਿਸਟ੍ਰੀਬਿਊਸ਼ਨ ਨੂੰ। ਬਿੱਲ ਕੀ ਕਹਿੰਦਾ ਹੈ ਕਿ ਤੁਸੀਂ ਕੰਟੈਂਟ ਨੂੰ ਔਰ ਕੈਰੀਅਰ ਨੂੰ ਅਲੱਗ ਅਲੱਗ ਕਰੋ। ਕੰਟੈਂਟ ਯਾਨੀ ਜਿਹੜੀ ਬਿਜਲੀ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਅਲੱਗ ਕਰੋ ਔਰ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਨੂੰ ਅਲੱਗ ਕਰੋ। ਤੁਹਾਨੂੰ ਲੱਗਦਾ ਹੈ ਕਿ ਉਹਨੂੰ ਅਲੱਗ ਕਰਨ ਲਈ ਸਟੇਟ ਨੂੰ ਲੱਗਦਾ, ਮੰਨ ਲਓ ਪੰਜਾਬ ਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਸਟੇਟ ਦੀ ਨਵੀਂ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਕਰਾਂਗੇ, ਫਾਈਨ ਕਰੋ ਨਾ। ਕੌਣ ਕਹਿ ਰਿਹਾ ਪ੍ਰਾਈਵੇਟਾਈਜ਼ ਕਰਨੀ ਹੈ? ਬਿਲਕੁਲ ਨਹੀਂ। ਇਸ ਬਿੱਲ 'ਚ ਕਿਤੇ ਨਹੀਂ ਲਿਖਿਆ ਕਿ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਨੂੰ ਪ੍ਰਾਈਵੇਟਾਈਜ਼ ਕਰੋ। ਇਹਨਾਂ ਨੇ ਕਿਹਾ ਕੰਟੈਂਟ ਔਰ ਕੈਰੀਅਰ ਨੂੰ ਅਲੱਗ-ਅਲੱਗ ਕਰੋ। ਜਨਰੇਸ਼ਨ ਕਰਨ ਦਾ ਕੰਮ ਅਲੱਗ ਹੋਣਾ ਚਾਹੀਦਾ ਹੈ, ਡਿਸਟ੍ਰੀਬਿਊਸ਼ਨ ਦਾ ਕੰਮ ਅਲੱਗ ਹੋਣਾ ਚਾਹੀਦਾ ਹੈ। ਜਿਸ ਸਟੇਟ ਨੂੰ ਇਹ ਲੱਗਦਾ ਹੈ ਕਿ ਦੋਨੋਂ ਕੰਮ ਸਟੇਟ ਦੀਆਂ ਕੰਪਨੀਆਂ ਕਰ ਸਕਦੀਆਂ, ਇੱਕ ਨਵੀਂ ਸਟੇਟ ਕੰਪਨੀ ਬਣਾਵੇ ਔਰ ਸਟੇਟ ਕੰਪਨੀ ਡਿਸਟ੍ਰੀਬਿਊਸ਼ਨ ਕਰ ਲੇ। ਜੇ ਕੋਈ ਪ੍ਰਾਈਵੇਟ ਪਲੇਅਰ ਆ ਰਿਹਾ ਤਾਂ ਉਸ ਨੂੰ ਸਟੇਟ ਗਵਰਨਮੈਂਟ ਰੋਕ ਸਕੇਗੀ? ਬਿਲਕੁਲ ਰੋਕ ਸਕੇਗੀ। ਮੈਂ ਪੰਜਾਬ ਦਾ ਐਗਜ਼ਾਮਪਲ ਲੈਣਾ, ਪਰ ਇੱਥੇ ਪ੍ਰੋਡਕਸ਼ਨ ਕੌਣ ਕਰ ਰਿਹਾ? ਇੱਥੇ ਸਰਕਾਰੀ ਪ੍ਰੋਡਕਸ਼ਨ ਵੀ ਹੈ। ਇਟਸ ਅਪ ਟੂ ਸਟੇਟ ਗਵਰਨਮੈਂਟ। ਨਹੀਂ, ਇਟਸ ਅਪ ਟੂ ਸਟੇਟ ਗਵਰਨਮੈਂਟ। ਜੇ ਸਟੇਟ ਨੂੰ ਇਹ ਲੱਗਦਾ ਹੈ ਕਿ ਅਸੀਂ ਸਟੇਟ ਔਨਡ ਕੰਪਨੀ ਬਣਾ ਕੇ ਹੀ ਡਿਸਟ੍ਰੀਬਿਊਸ਼ਨ ਕਰਨੀ ਹੈ, ਉਹ ਕਰ ਸਕਦੇ ਆ ਨਾ, ਉਹ ਪ੍ਰਾਈਵੇਟ ਸੈਕਟਰ ਨਾ ਲੈ ਕੇ ਆਣ। ਲੇਕਿਨ ਅਗਰ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਅਲਾਉ ਕਰਤਾ, ਜਿਵੇਂ ਦਿੱਲੀ ਨੇ ਕੀਤਾ, ਤੇ ਫਿਰ ਤੁਸੀਂ ਇੱਕ ਨੂੰ ਨਹੀਂ ਅਲਾਉ ਕਰ ਸਕਦੇ।
ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਸਿਰਫ ਟਾਟਾ ਹੀ ਕਰੇਗਾ, ਸਿਰਫ ਰਿਲਾਇੰਸ ਹੀ ਕਰੇਗਾ, ਅਨਿਲ ਅੰਬਾਨੀ ਕਰੇਗਾ। ਫਿਰ ਉਹ ਸਭ ਨੂੰ ਕਰਨਾ ਪੈਣਾ ਹੈ, ਫਿਰ ਕੰਪੀਟੀਸ਼ਨ ਦੇਣਾ ਪੈਣਾ ਹੈ। ਅਗਰ ਤੁਸੀਂ ਸਟੇਟ ਓਨਡ ਕਰਨਾ ਚਾਹੁੰਦੇ ਹੋ ਕਰੋ ਨਾ, ਬਿਲਕੁਲ ਨਾ ਲੈ ਕੇ ਆਓ ਪ੍ਰਾਈਵੇਟਾਈਜ਼ ਸੈਕਟਰ। ਲੇਕਿਨ ਅਗਰ ਪ੍ਰਾਈਵੇਟਾਈਜ਼ ਸੈਕਟਰ ਤੁਸੀਂ ਲੈਂਦਾ ਹੈ ਤੇ ਫਿਰ ਉੱਥੇ ਬਾਕੀ ਪ੍ਰਾਈਵੇਟ ਪਲੇਅਰਸ ਨੂੰ ਵੀ ਆਉਣ ਦਿਓ, ਫਿਰ ਮੋਨੋਪੋਲੀ ਨਾ ਬਣਾਓ। ਕਿਉਂਕਿ ਮੋਨੋਪੋਲੀ ਬਣਨ ਦੇ ਨਾਲ ਜਦੋਂ ਇੱਕੋ ਹੀ ਕੰਪਨੀ ਪ੍ਰਾਈਵੇਟ ਕੋਈ ਕੰਮ ਕਰੇਗੀ ਤੇ ਉਹ ਜ਼ਿਆਦਾ ਪੈਸੇ ਵੀ ਲਏਗੀ, ਸਰਵਿਸਿਜ਼ ਵੀ ਘਟੀਆ ਦੇਗੀ। ਇਹਦਾ ਇਹ ਉਦੇਸ਼ ਹੈ। ਮੈਂ ਹੋਰ ਸੌਖਾ ਕਰ ਦੇਣਾ ਸਰ, ਮੈਂ ਪੰਜਾਬ ਦੀ ਐਗਜ਼ਾਮਪਲ ਲੈਣਾ। ਪੰਜਾਬ ਦੇ ਵਿੱਚ ਕੁਝ ਪਲਾਂਟ ਹੈਗੇ ਨੇ ਜਿਹੜੇ ਸਰਕਾਰੀ ਨੇ, ਜਿਵੇਂ ਰੋਪੜ ਦੇ ਵਿੱਚ ਹੈ, ਕੁਝ ਹੈਗੇ ਜਿਹੜੇ ਪ੍ਰਾਈਵੇਟ ਹੈ, ਜਿਵੇਂ ਰਾਜਪੁਰਾ ਦਾ, ਤਲਵੰਡੀ ਸਾਬੋ ਦਾ। ਪੰਜਾਬ ਦੀ ਡਿਸਟ੍ਰੀਬਿਊਸ਼ਨ ਸਾਰੀ ਹੱਲੇ ਪਾਵਰਕਾਮ ਕਰ ਰਿਹਾ ਹੈ, ਪੀਐਸਪੀਸੀਐਲ ਕਰ ਰਿਹਾ। ਮੈਂ ਉਹੀ ਕਹਿ ਰਿਹਾ ਨਾ, ਤਾਂ ਹੁਣ ਜੇ ਪੀਐਸਪੀਸੀਐਲ ਕਰ ਰਿਹਾ, ਇੱਕ ਬੋਰਡ ਬਣਾ ਕੇ ਕਰ ਰਿਹਾ ਹੈ, ਤਾਂ ਉੱਥੇ ਜੇ ਪ੍ਰਾਈਵੇਟ ਪਲੇਅਰ ਕੋਈ ਹੋਰ ਆ ਜਾਂਦਾ ਤਾਂ ਫਿਰ ਦਿੱਕਤ ਹੋਏਗੀ। ਬਿੱਲ ਨਹੀਂ ਬਿੱਲ ਇਹ ਕਹਿੰਦਾ ਹੈ ਕਿ ਹੁਣ ਤੁਸੀਂ ਜਨਰੇਸ਼ਨ ਨੂੰ ਔਰ ਟਰਾਂਸਮਿਸ਼ਨ ਨੂੰ ਅਲੱਗ-ਅਲੱਗ ਕਰੋ। ਅਗਰ ਪੰਜਾਬ ਨੂੰ ਹੁਣ ਕੀ ਕਰਨਾ ਪਏਗਾ ਕਿ ਨਵੀਂ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਕਰਨੀ ਪਏਗੀ। ਪੰਜਾਬ ਚਾਹੇ ਤਾਂ ਸਟੇਟ ਓਨਡ ਕੰਪਨੀ ਬਣਾ ਸਕਦਾ ਕਿ ਠੀਕ ਹੈ ਵੀ ਅਸੀਂ ਪ੍ਰਾਈਵੇਟ ਸੈਕਟਰ ਨਹੀਂ ਲੈ ਕੇ ਆਣਾ, ਅਸੀਂ ਸਟੇਟ ਓਨਡ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਕਰਾਂਗੇ। ਠੀਕ, ਮੈਂ ਇਹੀ ਕਹਿ ਰਿਹਾ ਕਿ ਸਟੇਟ ਦੇ ਹੱਥ ਦੇ ਵਿੱਚ ਹੋਏਗਾ ਕਿ ਪ੍ਰਾਈਵੇਟ ਐਂਟਰ ਕਰਨ ਦੇਣੇ ਨੇ ਜਾਂ ਨਹੀਂ। ਬਿਲਕੁਲ ਸਟੇਟ ਦੇ ਹੱਥ 'ਚ ਹੋਏਗਾ, ਸਟੇਟ ਨੂੰ ਇੰਪਾਵਰ ਕੀਤਾ ਗਿਆ। ਔਰ ਇਸ ਪੂਰੇ ਬਿੱਲ 'ਚ ਜਿਹੜੀ ਗੱਲਾਂ ਕਰ ਰਹੇ ਨਾ, ਤੁਸੀਂ ਬਿੱਲ ਦੇ ਕਲੌਜ਼ ਪੜੋ, ਜ਼ਿਆਦਾਤਰ ਦੇਖੋ ਲੋਕ ਨਹੀਂ ਜ਼ਿਆਦਾਤਰ ਕਲੌਜ਼ ਕੀ ਕਰ ਰਹੇ ਸੁਣੋ। ਤੁਹਾਡੇ ਪੈਨਲ ਦੇ ਨਾਲ ਅੱਜ ਮੌਜੂਦ ਨੇ ਨਾ ਸ਼ਰਮਾ ਜੀ, ਉਹ ਇਹ ਵੀ ਚੁੱਕ ਰਹੇ ਨੇ ਸਵਾਲ ਕਿ ਸਾਡੇ ਤੋਂ ਗੱਲ ਕਿਉਂ ਨਹੀਂ ਕੀਤੀ ਨਾ ਤੁਸੀਂ ਸਟੇਟ ਦੇ ਨਾਲ। ਸਟੇਕ ਹੋਲਡਰ ਹੈ ਸਟੇਟ, ਤਾਂ ਉਸ ਦੇ ਨਾਲ ਕਿਉਂ ਗੱਲ ਨਹੀਂ ਕੀਤੀ ਗਈ? ਸਟੇਟ ਨਾਲ ਗੱਲ ਮੈਂ ਕਹਿ ਰਿਹਾ, ਪਿਛਲੇ 7 ਸਾਲ ਤੋਂ ਕੰਸਲਟੇਸ਼ਨਸ ਹੋ ਰਹੀਆਂ। ਪਾਵਰ ਮਿਨਿਸਟਰੀ ਕੰਸਲਟੇਸ਼ਨ ਕਰ ਰਹੀ ਹੈ, ਸਟੈਂਡਿੰਗ ਕਮੇਟੀ ਕੋ ਜਾ ਰਿਹਾ ਹੈ, ਔਰ ਹੁਣ ਫਿਰ ਸਟੈਂਡਿੰਗ ਮੈਂ ਕਹਿੰਦਾ ਚਲੋ ਤੁਹਾਨੂੰ ਇਤਰਾਜ਼ ਹੈ, ਸਰਕਾਰ ਨੇ ਅੱਛਾ डिसीजन ਕੀਤਾ, ਵਾਪਸ ਭੇਜਤਾ ਸਟੈਂਡਿੰਗ ਕਮੇਟੀ ਕੋ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੋ ਚਲਾ ਗਿਆ, ਤੁਸੀਂ ਵਾਪਸ ਡਿਸਕਸ਼ਨ ਕਰ ਲਓ, ਕੋਈ ਦਿੱਕਤ ਨਹੀਂ ਸਾਨੂੰ। ਆਰਪੀਐਸਜੀ ਦਾ ਸਟੇਟਮੈਂਟ ਇੱਥੇ ਜ਼ਰੂਰੀ ਹੈ। ਆਰਪੀਐਸਜੀ ਸਟੇਟ ਦੇ ਹੱਥ ਦੇ ਵਿੱਚ ਹੋਏਗਾ ਕਿ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਪਲੇਅਰ ਨੂੰ ਐਂਟਰ ਕਰਨ ਦੇਣਾ ਹੈ ਜਾਂ ਨਹੀਂ, ਤਾਂ ਫਿਰ ਇਤਰਾਜ਼ ਕੀ ਹੈ? ਇਹ ਤਾਂ ਉਹੀ ਹੋ ਗਿਆ ਨਾ ਕਿ ਸਟੇਟ ਦੀਆਂ ਪਾਵਰਸ ਤਾਂ ਸਟੇਟ ਦੇ ਕੋਲ ਹੈਗੀਆਂ ਨੇ, ਨਾ ਆਣ ਦੋ ਕੋਈ ਵੀ ਪ੍ਰਾਈਵੇਟ ਪਲੇਅਰ। ਗੌਰਵ ਜੀ, ਜਦੋਂ ਖੇਤੀ ਕਾਨੂੰਨ ਆਏ ਸੀ ਉਸ ਟਾਈਮ ਵੀ ਇਹ ਕਹਿੰਦੇ ਸੀ ਕਿ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਹੈਗੇ ਆ। ਇਹਨਾਂ ਨੇ ਗਲਾ ਫਾੜ ਕੇ ਇਹ ਗੱਲ ਕਹੀ ਸੀਗੀ ਤੇ ਅਸਲ ਵਿੱਚ ਕੀ ਨਿਕਲਿਆ? ਸੋ ਇਹਨਾਂ ਦੀ ਜਿਹੜੀ ਭਾਸ਼ਾ ਤੇ ਇਸਤੇਮਾਲ ਕਰਦੇ ਆ ਉਹ ਬੜੀ ਚਲਾਕ ਭਾਸ਼ਾ ਇਸਤੇਮਾਲ ਕਰਦੇ ਆ ਔਰ ਉਸਦੇ ਪਿੱਛੇ ਮਕਸਦ ਕੁਝ ਹੋਰ ਹੁੰਦਾ ਹੈ। ਸੋ ਇਸ ਕਰਕੇ ਸਾਰੇ ਪਾਸੇ ਅਸੀਂ ਸਿਰਫ ਆਮ ਆਦਮੀ ਪਾਰਟੀ ਥੋੜੀ ਵਿਰੋਧ ਕਰ ਰਹੀ ਹੈ, ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ, ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ, ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰ ਰਹੀਆਂ। ਸਾਰੇ ਪਾਗਲ ਤਾਂ ਨਹੀਂ, ਸਿਰਫ ਭਾਜਪਾ ਹੀ ਸਿਆਣੀ ਹੈਗੀ ਹੈ। ਉਹ ਪਾਰਟੀ ਵਿਰੋਧ ਕਰ ਰਹੀ ਹੈ ਜਿਹੜੀ ਦਿੱਲੀ 'ਚ 8 ਸਾਲ ਤੋਂ ਪੂਰੀ ਪ੍ਰਾਈਵੇਟ ਡਿਸਟ੍ਰੀਬਿਊਸ਼ਨ ਕੀਤੀ ਹੋਈ ਹੈ। ਸਰ ਸਾਰੀਆਂ ਕਰ ਰਹੀਆਂ, ਸਾਰੀਆਂ ਕਰ ਰਹੀਆਂ, ਠੀਕ ਹੈ। ਔਰ ਇਹ ਕਹਿ ਰਹੇ ਜੀ 7 ਸਾਲ ਤੋਂ ਕੰਸਲਟੇਸ਼ਨ ਚੱਲ ਰਹੀ ਹੈ। ਜੇ 7 ਸਾਲ ਤੋਂ ਕੰਸਲਟੇਸ਼ਨ ਚੱਲ ਰਹੀ ਸੀ ਤਾਂ ਕੀ ਦਿੱਲੀ ਸਰਕਾਰ ਨਾਲ ਤੁਸੀਂ ਕੰਸਲਟ ਕੀਤਾ? ਪੰਜਾਬ 'ਚ ਨਵੀਂ ਸਰਕਾਰ ਆਈ ਹੈ ਕਿ ਤੁਸੀਂ ਉਹਦੇ ਨਾਲ ਕੰਸਲਟ ਕੀਤਾ? ਬੰਗਾਲ 'ਚ ਨਵੀਂ ਸਰਕਾਰ ਆਈ ਹੈ ਕਿ ਤੁਸੀਂ ਉਹਦੇ ਨਾਲ ਕੰਸਲਟ ਕੀਤਾ? ਕਿਸੇ ਨਾਲ ਕੰਸਲਟ ਨਹੀਂ ਕੀਤਾ। ਇਹ ਸਭ ਝੂਠ ਹੈਗਾ, ਸਿਰਫ ਅੱਖਾਂ ਤੇ ਪਰਦਾ ਪਾਉਣ ਵਾਲੀ ਗੱਲ ਹੈਗੀ ਹੈ। ਮੈਂ ਰਜਿੰਦਰ ਜੀ ਦਾ ਇੱਕ ਰਿਐਕਸ਼ਨ ਲੈ ਲਾਂ। ਰਜਿੰਦਰ, ਤੁਸੀਂ ਬਹੁਤ ਸੰਵਰਤੀ ਸੂਚੀ ਦਾ ਜ਼ਿਕਰ ਕਰ ਰਹੇ ਸੀ, ਪਰ ਜੋ ਦਾਵਾ ਇਸ ਸਮੇਂ ਕਰ ਰਹੇ ਨੇ ਕਿ ਸਟੇਟ ਦੇ ਕੋਲ ਤਾਂ ਅਧਿਕਾਰ ਹੈ, ਇਸ ਪੂਰੇ ਬਿੱਲ ਦੇ ਵਿੱਚ ਇਸ ਸਮੇਂ ਪੁਆਇੰਟ ਇਹੀ ਹੈ ਕਿ ਨਿੱਜੀਕਰਨ ਹੋ ਜਾਏਗਾ ਪੂਰਾ, ਤਾਂ ਸਟੇਟ ਦੇ ਕੋਲ ਅਧਿਕਾਰ ਹੈ, ਤੁਸੀਂ ਨਹੀਂ ਪ੍ਰਾਈਵੇਟ ਕਿਸੇ ਪਲੇਅਰ ਨੂੰ ਐਂਟਰ ਹੋਣ ਦੇਣਾ ਤਾਂ ਨਾ ਦੇਵੋ। ਤੁਸੀਂ ਫੈਡਰਲ ਸਿਸਟਮ ਦਾ ਜ਼ਿਕਰ ਕਰ ਰਹੇ ਸੀ, ਫਿਰ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਕਿੱਥੇ ਜਾ ਕੇ ਪ੍ਰੋਬਲਮ ਹੈ ਜਿਸ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ? ਨਹੀਂ, ਦੇਖੋ ਗੌਰਵ ਜੀ, ਬਿਲਕੁਲ ਗਲਤ ਦਾਅਵੇ ਕੀਤੇ ਜਾ ਰਹੇ ਆ। ਜੇ ਇਹ ਕਹਿੰਦੇ ਸਟੇਟ ਨੂੰ ਅਧਿਕਾਰ ਹੈ ਤਾਂ ਸਟੇਟ ਕੋਲੇ ਆਲਰੇਡੀ ਰੈਗੂਲੇਟਰੀ ਅਥਾਰਟੀ ਹੈ, ਉਹਨੂੰ ਗੈਰ ਪ੍ਰਭਾਵਸ਼ਾਲੀ ਕੀਤਾ ਜਾ ਰਿਹਾ ਇਸ ਬਿੱਲ ਦੇ ਰਾਹੀਂ। ਜਿਹੜੀ ਸੂਬਿਆਂ ਦੀ ਰੈਗੂਲੇਟਰੀ ਅਥਾਰਟੀ ਹੈਗੀ ਉਹਨੂੰ ਗੈਰ ਪ੍ਰਭਾਵਸ਼ਾਲੀ ਕੀਤਾ ਜਾ ਰਿਹਾ, ਔਰ ਪੂਰੀ ਤਰ੍ਹਾਂ ਬਿਜਲੀ ਬਾਰੇ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਸੈਂਟਰਲਾਈਜੇਸ਼ਨ ਉਹਦੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ।